ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਸਤ ਸੰਗੀ ਜਨੋ, ਗੁਰੂ ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਵਿਸ਼ਾ ਗਦਰ ਪਾਰਟੀ ਦੀ ਸਿੱਖ ਨਾਇਕਾ ਬੀਬੀ ਗੁਲਾਬ ਕੌਰ ਜੀ। ਉਹਨਾਂ ਦੇ ਜੀਵਨ ਤੇ ਝਾਤ ਮਾਰ ਜਿਹੜੀ ਪੁरुष ਦੀ ਦਾਸੀ ਸਮਝੀ ਜਾਂਦੀ ਸੀ, ਉਸ ਦਾ ਇਹੋ ਜਿਹੇ ਹਾਲਾਤਾਂ ਤੋਂ ਨਿਕਲ ਕੇ ਇੱਕ ਆਗੂ ਤੇ ਜਰਨੈਲ ਬਣ ਜਾਣਾ, ਇਸ ਪਿੱਛੇ ਇਹ ਸਭ ਕੁਝ ਕਿਵੇਂ ਸੰਭਵ ਹੋਇਆ? ਜਦੋਂ ਇਤਿਹਾਸ ਵੇਖੀਏ ਤਾਂ ਸਾਡਾ ਸਿਰ ਫਖਰ ਨਾਲ ਉੱਚਾ ਹੋ ਜਾਂਦਾ ਹੈ ਕਿ ਇਸ ਪਿੱਛੇ ਸਾਡੇ ਸਿੱਖ ਸਤਿਗੁਰੂਆਂ ਦੀ ਕਿੰਨੀ ਵੱਡੀ ਦੇਣ ਹੈ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਹੋਇਆ ਤਾਂ ਉਸ ਵੇਲੇ ਦੀ ਸਮਾਜਿਕ ਦਸ਼ਾ ਨੂੰ ਅਗਰ ਦੇਖੀਏ ਤਾਂ ਉਸ ਵੇਲੇ ਲੁਕਾਈ ਜਿਹੜੀ ਸਮਾਜ ਜਿਹੜਾ ਸੀ ਸਤ ਹੀ ਨਾ ਹੋਇਆ ਸੀ। ਧਾਰਮਿਕ ਆਗੂ ਬੁਰੀ ਤਰ੍ਹਾਂ ਕਰਮ ਕਾਂਡਾਂ ਵਿੱਚ ਫਸਾ ਕੇ ਉਹਨਾਂ ਨੂੰ ਤੇ ਮੁਫਤ ਦੇ ਡਰਾਵੇ ਦੇ ਕੇ ਉਹਨਾਂ ਨੂੰ ਸਤਹੀਨ ਕਰ ਦਿੱਤਾ ਹੋਇਆ ਸੀ, ਜੋ ਕਿਸੇ ਵੀ ਗਲਤ ਵਿਚਾਰਧਾਰਾ ਦੇ ਵਿਰੁੱਧ ਆਵਾਜ਼ ਤੱਕ ਨਹੀਂ ਉਠਾ ਸਕਦੇ ਸਨ। ਪਰ ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ, ਉਹਨਾਂ ਸਿਰਫ ਇਸਤਰੀ ਜਾਤੀ ਦੀ ਹੋ ਰਹੀ ਦੁਰਦਸ਼ਾ ਦੇ ਖਿਲਾਫ ਹੀ ਆਵਾਜ਼ ਨਹੀਂ ਉਠਾਈ, ਸਗੋਂ ਉਹਨਾਂ ਨੇ ਹੋ ਰਹੀਆਂ ਜੋ ਹੋਰ ਵੀ ਸਮਾਜ ਅੰਦਰ ਕੁਰੀਤੀਆਂ ਸਨ, ਉਹਨਾਂ ਦੇ ਖਿਲਾਫ ਵੀ ਇੱਕ ਇਨਕਲਾਬੀ ਵਿਚਾਰਧਾਰਾ ਦਿੱਤੀ ਤੇ ਇਸ ਮੋਈ ਹੋਈ ਜਿਹੜੀ ਭਾਰਤੀ ਸਮਾਜ ਦੀ ਜਨਤਾ ਸੀ, ਉਹਦੇ ਵਿੱਚ ਨਵੀਂ ਰੂਹ ਫੂਕੀ। ਗੁਰੂ ਨਾਨਕ ਦੇਵ ਜੀ ਉਸ ਵੇਲੇ ਦੇ ਜਿਹੜੇ ਧਾਰਮਿਕ ਆਗੂ ਨੇ, ਉਹਨਾਂ ਦਾ ਨਕਸ਼ਾ ਖਿੱਚਦੇ ਹੋਏ ਦੱਸਦੇ ਹਨ ਕਿ ਧਾਰਮਿਕ ਆਗੂ ਉਸ ਸਮੇਂ ਗਰੀਬ ਜਨਤਾ ਨੂੰ ਕਰਮ ਕਾਂਡਾਂ ਵਿੱਚ ਫਸਾ ਕੇ ਕਿਵੇਂ ਲੁੱਟ ਰਹੇ ਸਨ। ਤੇ ਉਹਨਾਂ ਨੇ ਗੁਰਬਾਣੀ ਅੰਦਰ ਉਹਨਾਂ ਦਾ ਵਿਖਿਆਨ ਕੀਤਾ ਕਿ ਕਾਜੀ ਕੂੜ ਬੋਲ ਮਲ ਖਾਏ, ਬਾਮਨ ਨਾਏ ਜੀਆ ਕਾਏ, ਜੋਗੀ ਜੁਗਤ ਨਾ ਜਾਣੇ ਅੰਧ, ਤਿੰਨੇ ਉਜਾੜੇ ਕੇ ਬੰਦ। ਜਿਹੜੇ ਉਹਨਾਂ ਦੇ ਰਾਜਸੀ ਲੀਡਰ ਸਨ, ਉਹ ਵੀ ਲੋਹ ਪੀਣੀਆਂ ਜੋਕਾਂ ਬਣੀਆਂ ਹੋਈਆਂ ਸਨ। ਉਹ ਹਰ ਤਰ੍ਹਾਂ ਨਾਲ ਉਹਨਾਂ ਜਨਤਾ ਉੱਤੇ ਜ਼ੁਲਮ ਕਰਦੇ ਤੇ ਬਹੁਤ ਸਾਰੇ ਤਰੀਕਿਆਂ ਨਾਲ ਉਹਨਾਂ ਦਾ ਖੂਨ ਚੂਸ ਰਹੇ ਸਨ। ਤੇ ਗੁਰੂ ਸਾਹਿਬਾਂ ਨੇ ਉਹਨਾਂ ਦੇ ਖਿਲਾਫ ਵੀ ਡਟ ਕੇ ਉਹਨਾਂ ਦਾ ਵੀ ਵਿਰੋਧ ਕੀਤਾ ਤੇ ਕਿਹਾ, ਰਾਜੇ ਸ਼ੀਹ ਮੁਕੱਦਮ ਕੁੱਤੇ ਜਾਏ ਜਗਾਨ ਬੈਠੇ ਸੁੱਤੇ। ਕਿਉਂਕਿ ਉਹ ਰਾਜੇ ਨਹੀਂ ਸਨ, ਉਹ ਤੇ ਜਨਤਾ ਦੀਆਂ ਲਹੂ ਪੀਣੀਆਂ ਜੋਕਾਂ ਸਨ, ਜਿਹੜੇ ਜਨਤਾ ਨੂੰ ਹਰ ਪਾਸੋਂ ਹਤਾਸ਼ ਕਰ ਰਹੇ ਸਨ। ਪਰ ਗੁਰੂ ਨਾਨਕ ਦੇਵ ਜੀ ਸੱਚ ਦਾ ਚੰਦਰਮਾ ਕਰਕੇ ਚੜੇ ਸਨ, ਕਿਉਂਕਿ ਉਸ ਵੇਲੇ ਸਾਰੇ ਪਾਸੇ ਕੂੜ ਦਾ ਪਸਾਰਾ ਸੀ, ਹਰ ਪਾਸੇ ਝੂਠ ਦਾ ਪਸਾਰਾ ਸੀ। ਇਨਸਾਫ ਦੀ ਕਿਤੋਂ ਵੀ ਉਮੀਦ ਨਹੀਂ ਸੀ ਕੀਤੀ ਜਾ ਸਕਦੀ ਤੇ ਕਿਸੇ ਵਿੱਚ ਵੀ ਹਿੰਮਤ ਨਹੀਂ ਸੀ ਕਿ ਇਹਨਾਂ ਕੁਰੀਤੀਆਂ ਦੇ ਵਿਰੁੱਧ ਆਵਾਜ਼ ਉਠਾ ਸਕਣ। ਮੇਰੇ ਗੁਰੂ ਨਾਨਕ ਦੇਵ ਜੀ ਨੇ ਸਮਾਜ ਦੀਆਂ ਚੱਲ ਰਹੀਆਂ ਕੁਰੀਤੀਆਂ ਤੇ ਗਲਤ ਵਿਚਾਰਧਾਰਾਵਾਂ ਦੇ ਵਿਰੁੱਧ ਵਿੱਚ ਇੱਕ ਇਨਕਲਾਬੀ ਵਿਚਾਰਧਾਰਾ ਦਿੱਤੀ ਤੇ ਸੁੱਤੇ ਹੋਏ ਲੋਕਾਂ ਨੂੰ ਜਗਾਇਆ ਕਿ ਇਹਨਾਂ ਦੇ ਕਿਵੇਂ ਅਸੀਂ ਇਹਨਾਂ ਤੋਂ ਬਚਣਾ ਹੈ। ਉਹਨਾਂ ਨੇ ਇਸਤਰੀ ਜਾਤੀ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਉਹਨਾਂ ਨੇ ਸਿਰਫ ਇਹ ਨਹੀਂ ਕਿਹਾ, ਸਿਰਫ ਉਹਨਾਂ ਨੂੰ ਕਿਹਾ ਹੀ ਨਹੀਂ, ਸਗੋਂ ਸਮਾਜ ਵਿੱਚ ਵਿਚਰ ਕੇ ਵੀ ਉਸ ਤਰ੍ਹਾਂ ਦੇ ਵਿਚਾਰਾਂ ਤੇ ਅਮਲ ਕਰਕੇ ਵੀ ਦੱਸਿਆ। ਉਹਨਾਂ ਨੇ ਇਸਤਰੀ ਤੇ ਪੁਰਸ਼ ਦੀ ਸਮਾਨਤਾ ਨੂੰ ਇਸ ਤਰੀਕੇ ਦੱਸਿਆ ਕਿ ਜਿੰਨੀ ਨਾਮ ਧਿਆਇਆ ਗਏ ਮੁਸ਼ੱਕਤ ਕਾਲ, ਕਿ ਇਸਤਰੀ ਤੇ ਪੁਰਸ਼ ਵਿੱਚ ਉੱਚਾ ਜਾਂ ਨੀਵਾਂ ਹੋਣ ਵਾਲੀ ਕੋਈ ਗੱਲ ਨਹੀਂ ਹੈ, ਕਿਉਂਕਿ ਜਿੰਨਾ ਸਮਾਜ ਨੂੰ ਇਸਤਰੀ ਦਾ ਦੇਣ ਹੈ, ਓਨਾ ਹੀ ਪੁਰਸ਼ ਦਾ ਦੇਣ ਹੈ। ਤੇ ਉਸ ਪਰਮਾਤਮਾ ਦੇ ਘਰ ਵਿੱਚ ਇਸਤਰੀ ਜਾਂ ਪੁਰਸ਼ ਹੋਣ ਨਾਲ ਉੱਚਾ ਜਾਂ ਨੀਵਾਂ ਨਹੀਂ ਗਿਣਿਆ ਜਾਣਾ, ਸਗੋਂ ਚੰਗੇ ਜਾਂ ਮੰਦੇ ਕਰਮਾਂ ਨਾਲ ਹੀ ਉੱਥੇ ਨਿਬੇੜਾ ਹੋਣਾ ਹੈ। ਇੰਨਾ ਹੀ ਨਹੀਂ, ਉਹਨਾਂ ਇਸਤਰੀ ਜਾਤੀ ਨੂੰ ਫਰਸ਼ ਤੋਂ ਚੁੱਕ ਕੇ ਅਰਸ਼ ਤੱਕ ਪਹੁੰਚਾਉਣ ਲਈ ਗੁਰਬਾਣੀ ਅੰਦਰ ਆਸਾ ਦੀ ਵਾਰ ਦੀ 19ਵੀਂ ਪੌੜੀ ਵਿੱਚ ਪੂਰੀ ਪੌੜੀ ਹੀ ਇਸਤਰੀ ਦੇ ਸਤਿਕਾਰ ਲਈ ਰਚ ਦਿੱਤੀ। ਪੰਡ ਜੰਮੀ ਐ, ਪੰਡ ਨਿੰਮੀ ਐ, ਪੰਡ ਮੰਗਣ ਵਿਆਹ, ਪੰਡੋਂ ਹੋਵੇ ਦੋਸਤੀ, ਪੰਡੋਂ ਚੱਲੇ ਰਾਹ, ਪੰਡ ਮੂਆ ਪੰਡ ਭਾਲੀਐ, ਪੰਡ ਹੋਵੇ ਬੰਦਾਨ, ਸੋ ਕਿਉਂ ਮੰਦਾ ਆਖੀਐ, ਜਿਤ ਜੰਮੇ ਨਾ ਜਾਣ। ਗੁਰੂ ਸਾਹਿਬ ਨੇ ਲੋਕਾਂ ਨੂੰ ਸਮਝਾਇਆ ਕਿ ਜਿਸ ਔਰਤ ਤੋਂ ਰਾਜੇ ਮਹਾਰਾਜੇ ਭਗਤ ਤੇ ਸੂਰਮੇ ਪੈਦਾ ਹੁੰਦੇ ਹਨ, ਉਹ ਮਾੜੀ ਕਿਵੇਂ ਹੋਈ? ਜਿਸ ਤੋਂ ਬਗੈਰ ਸਾਡੀਆਂ ਰਿਸ਼ਤੇਦਾਰੀਆਂ ਨਹੀਂ ਬਣਦੀਆਂ, ਜਿਸ ਦੇ ਬਗੈਰ ਸਮਾਜ ਦੀ ਹੋਂਦ ਹੀ ਮੁਮਕਿਨ ਨਹੀਂ ਹੈ, ਉਹ ਔਰਤ ਮਾੜੀ ਕਿਵੇਂ ਹੋਈ? ਉਹਨਾਂ ਇੱਥੇ ਹੀ ਬਸ ਨਹੀਂ ਕੀਤੀ, ਉਹਨਾਂ ਨੇ ਔਰਤ ਪੁਰਸ਼ ਤੋਂ ਉੱਚਾ ਉਹਨਾਂ ਨੂੰ ਇਸ ਤਰ੍ਹਾਂ
धारण करके ही परमात्मा तक पहुंचा जा सकता है। इन्ना वधिया संकल्प उन्होंने लोगों को दिता। जिन्नियां पुरानियां गलत विचारधारावां सन समाजिक जां आर्थिक जां भाईचारक सारियां दे विरुद्ध उन्होंने एक इनकलाबी आवाज चुकी। उत्थे उन्होंने औरत की जात और इस्त्री जाति नूं ही फर्श तो चुक के अर्श ते पहुंचा दिता। गुरु साहिबां ने जदों इस्त्री जाति दी इन्ना मान ते सम्मान दिता, उन्होंने उन्होंने सिक्ख्या का भी प्रबंध किया ते नाल अगलेरे गुरुआं ने भी उन्होंने इसे सिद्धांत ते चलदियां उन्होंने कहा कि स्त्री भी गुरबाणी पढ़ के गुरबाणी अनुसार अपना जीवन जी के पुरुषों के बराबर सारिया सेवावां नूं निभा सकती है। ते गुरु अमरदास जी ने माता खीवी जी नूं प्रबंधका बनाया ते जदों मंजियां की स्थापना की ते 3 मंजियां बीबी मत्थो मरारी माई भागो ते माई सेवा दी उन्होंने प्रचार की सेवा भी दी। इसी तरह गुरु गोबिंद सिंह जी ने जो खालसा पंथ की साधना की ते पुरुषों के बराबर औरतों को भी उन्होंने अमृत पान करना जरूरी करार कर दिता। ते स्त्रियां ने भी फिर जो इतिहास रचन की गल आई ते फिर पिछे मुड़ के नहीं देखा, अजिहा इतिहास रचिया कि उसकी मिसाल किधरे भी किसी भी धर्म में नहीं मिलती। जदों कुर्बानियां की गल चली तो सिख स्त्रियां ने कुर्बानियां देने पिछे कुर्बानियां देने लगे भी पिछे ना देखा। जदों मीर मनु दियां जेलों में उन्होंने खन्नी रोटी ते गुजारा करना पिया, अपने बच्चों के टोटे करवा के गलों में हार पवाने पे ते फिर भी रात को अरदास करदियां, हे वाहिगुरु तेरे भाने विच दिन सुख दा बतीत होया ते रात सुख दी बतीत करनी। ये सी इतिहास जो गुरु साहिबां दे सम्मान नाल सिख बीबियां ने रचिया। उन्होंने माता गुजरी दे सिद्धांतां नूं भुल्लण नहीं दिता। उन्होंने जे कुर्बानियां दी लोड़ पई जां जंगी महमां विच जाण दी लोड़ पई जां माई भागो वांगू इतिहास नूं जरनैल बन के बदल देण दी लोड़ नहीं। उन्हां सिद्ध कर दिता कि औरत मर्द नालों किसी भी पक्षों घट नहीं हैगी। उस तो बाद जदों अगले दा समा आया, जदों महाराजा रणजीत सिंह दा समा आया ते बहुत सारियां बीबियां ने राजनीतिक खेतर विच भी बहुत मल्लां मारियां। बहुत सारियां बीबियां ने चंगी नीतिवान बन के राज भाग चलाउण विच सहाई होईयां। उन्हां विचों बीबी रानी रजिंदर कौर, रानी फतेह कौर, माई फतो जिहड़ी बाबा आला सिंह की पत्नी सी, बीबी रानी राज कौर, रानी सदा कौर, रानी रजिंदर कौर, रानी महारानी जिंदा, बहुत सारियां बीबियां जिन्हां ने राजनीतिक खेतर विच मल्लां मारियां। ते इस तो इलावा जदों आज़ादी की लड़ाई शुरू हुई 1947 की वंड हुई, उस वेले भी सिख बीबियां ने अपना बखूबी रोल निभाया। जिथे उन्हें अंदोलनां विच भाग लिया ते अपनियां अनेकां ही उन्होंने शहीदियां भी देनियां पईयां, शहीदियां भी दित्तियां ते अंदोलन भी चलाए ते अंदोलन दी आगू भी बनियां। इन्हां विच बीबी बलवीर कौर, बीबी किशन कौर कौंगे ते ओ बीबी जिसदा अज असीं जिक्र करना है, बीबी गुलाब कौर। 1914 में हांगकांग में एक कॉन्फ्रेंस हुई जिस विच बहुत सारे पेंट कमीजां ते पग्गां वाले भारतीयों ने हिस्सा लिया। उस विच अमेरिका तो भी 3 गदर पार्टी के लीडर आए हुए सन, केसर सिंह ठाटगढ़, ज्वाला सिंह ठठिया ते शेर सिंह वेईपुई वाले। ये अमेरिका तो आए हुए जेडे 3 गदर पार्टी के लीडर सन ते उन्होंने इत्थे एक हांगकांग विच बहुत बड़ा इकट्ठ किया ते कुछ को जेडे उत्थों के स्थानक लीडर सन उन्होंने भी उत्थे उस बड़े इकट्ठ विच तकरीरां कीतियां ते इनकलाबी लैक्चर कीते, भावपूर्ण तकरीरां कीतियां, देशभक्ति दा उन्हां दे अंदर भावना जगाई। ते जदों सारियां दी तकरीरां ते भाषण खत्म हो चुके सन ते एक तिखे नैन नक्शा वाली बीबी उठी ते उसने एक इनकलाबी कविता पढ़ी। वो कहने लगी, हिंदुस्तानियों होश करो कायम, हिम्मत करो शर्माउण दी लोड़ की है, उठो देश अंदर चल गदर करिए, हुण गुलाम कहाउण दी लोड़ की है, उठो नाल तलवार दे हक लईए, बुरे हाल कराउण दी लोड़ की है, जो कुछ है
पिछे रख रखाउण दी लोड़ की है। गदर शुरू है वीर नो चलो जल्दी, बैठ तक तकाउण दी लोड़ की है। गदर चलो करो जल्दी, गदर शुरू करिए, बार बार दोहराउण दी लोड़ की है। जदों बीबी ने एक कविता पढ़ी ते इकट्ठ विच बैठे ਜਿਹੜੇ ਸਥਾਨਕ ਆਗੂਆਂ ਦੇ ਲੀਡਰਾਂ ਦੇ ਭਾਸ਼ਣਾਂ ਨਾਲ ਲੋਕ ਗਰਮ ਹੋਏ ਪਏ ਸਨ। ਬੀਬੀ ਦੀ ਕਵਿਤਾ ਪੜ੍ਹਨ ਦੀ ਦੇਰ ਸੀ ਕਿ ਉਹਨਾਂ ਅੰਦਰ ਦੇਸ਼ ਭਗਤੀ ਦੀ ਜਵਾਲਾ ਹੋਰ ਪ੍ਰਚੰਡ ਹੋਈ ਤੇ ਉਹਨਾਂ ਨੇ ਗਦਰ ਪਾਰਟੀ ਲਈ ਆਪਣਾ ਸਭ ਕੁਝ ਤਿਆਗ ਦੇਣ ਦੀ ਭਾਵਨਾ ਨਾਲ ਆਪਣੇ ਨਾਮ ਲਿਖਵਾਉਣੇ ਸ਼ੁਰੂ ਕਰ ਦਿੱਤੇ ਤੇ ਇਸ ਗਦਰ ਪਾਰਟੀ ਦਾ ਹਿੱਸਾ ਬਣਨ ਲੱਗੇ। ਥੋੜੀ ਦੇਰ ਬਾਅਦ ਬੀਬੀ ਫਿਰ ਉੱਠੀ ਤੇ ਕਹਿਣ ਲੱਗੀ, उसने अपनी खब्बी बांह विचों वंगा उतारियां ते परे इकट्ठ नूं संबोधित करके कहन लगी कि जे कोई देश की आजादी लई लड़न विच कोई मर्द अपना योगदान नहीं पाउणा चाहुंदा ते उहनूं इह वंगा पा लैणीआं चाहीदियां हन। उसने फिर उच्ची आवाज़ विच कहा, जे मर्द इस लड़ाई लई तैयार नहीं हां ते असीं औरतां युद्ध विच जावांगीआं ते इह जिहड़े मर्द बैठे ने जे नहीं जाना चाहुंदे ओह साडे चुੱਲ੍ਹੇ चौके साਂਭ लैण। ਇਹ ਸੀ ਬੀਬੀ ਗੁਲਾਬ ਕੌਰ। ਇਹਨਾਂ ਦੇ ਇਸ ਭਾਸ਼ਣ ਦਾ ਸਾਰ ਨੈਸ਼ਨਲ ਆਰਕਾਈਵਸ ਆਫ ਇੰਡੀਆ ਨਿਊ ਦਿੱਲੀ ਦੇ ਰਿਕਾਰਡ ਵਿੱਚ ਪਿਆ ਹੋਇਆ ਹੈ। ਉਸ ਵਿੱਚ ਉਹਨਾਂ ਨੇ ਲਿਖਿਆ ਹੋਇਆ ਹੈ ਕਿ ਬੀਬੀ ਨੇ ਦੇਸ਼ ਦੀ ਲੜਾਈ ਲੜਨ ਵਾਲੇ ਵੀਰਾਂ ਦੇ ਇਕੱਠ ਨੂੰ ਸੰਬੋਧਨ ਕੀਤਾ ਅਤੇ ਹੋਰ ਉਤੇਜਿਤ ਕੀਤਾ ਤੇ ਉਹਨੇ ਕਿਹਾ ਕਿ ਜੇ ਮਰਦ ਆਪਣੇ ਫਰਜ਼ ਨੂੰ ਨਹੀਂ ਪਛਾਣਦੇ ਤਾਂ ਉਹਨਾਂ ਨੂੰ ਔਰਤਾਂ ਵਾਲੇ ਕੱਪੜੇ ਪਾ ਲੈਣੇ ਚਾਹੀਦੇ ਹਨ। बीबी गुलाब कौर मलीना तो हांगकांग आई हुई सी। अजे पहला जदों ਉਹ ਮਨੀਲਾ ਵਿੱਚ ਹੀ ਸੀ ਤੇ ਉੱਥੇ ਇੱਕ ਬਹੁਤ ਵੱਡਾ ਇਕੱਠ ਕਿਸੇ ਗੁਰਦੁਆਰੇ ਵਿੱਚ ਹੋਇਆ। ਉਸ ਵਿੱਚ ਵੀ ਅਮਰੀਕਾ ਤੋਂ ਕੁਝ ਗਦਰ ਪਾਰਟੀ ਦੇ ਲੀਡਰ ਆਏ ਹੋਏ ਸਨ। ਜਦੋਂ ਗਦਰ ਪਾਰਟੀ ਦੇ ਲੀਡਰਾਂ ਦਾ ਮਨੀਲਾ ਦੇ ਲੀਡਰਾਂ ਨੇ ਬਹੁਤ ਨਿੱਘਾ ਸਵਾਗਤ ਕੀਤਾ ਤੇ ਬਹੁਤ ਵੱਡਾ ਇਕੱਠ ਉਹਨਾਂ ਦੇ ਆਉਣ ਤੇ ਕੀਤਾ ਗਿਆ। ਉਹਨਾਂ ਦੀ ਅਪੀਲ ਸੀ कि गदर पार्टी ਨੂੰ सहयोग ਦਿੱਤਾ ਜਾਏ ਤੇ ਆਪਣੀ ਦੇਸ਼ ਨੂੰ ਬਰਤਾਨੀਆ ਸਰਕਾਰ ਤੋਂ ਆਜ਼ਾਦ ਕਰਵਾਉਣ ਲਈ ਇਸ ਸਾਡਾ ਸਾਥ ਦਿੱਤਾ ਜਾਵੇ। ਉਹਨਾਂ ਦੀ ਅਪੀਲ ਜਿਹੜੀ ਬਰਤਾਨਵੀ ਸਰਕਾਰ ਗਦਰ ਪਾਰਟੀ ਵੀਰਾਂ ਦੀ ਜਿਹੜੀ ਅਪੀਲ ਸੀ ਉਹ ਸਭ ਤੋਂ ਪਹਿਲਾਂ ਉੱਥੇ ਪਹੁੰਚ ਚੁੱਕੀ ਸੀ। ਇਸੇ ਲਈ ਉੱਥੇ ਬਹੁਤ ਵੱਡਾ ਇਕੱਠ ਹੋਇਆ ਕਿਉਂਕਿ ਗਦਰ ਪਾਰਟੀ ਦੀ ਇੱਕ ਪੱਤਰਕਾਰ ਸ਼ਕਤੀ ਸੀ ਜਿਸ ਦਾ ਨਾਮ ਗਦਰ ਸੀ ਤੇ ਇਹ ਚਾਰ ਭਾਸ਼ਾਵਾਂ ਵਿੱਚ ਛਪਦੀ ਸੀ, ਉਰਦੂ, ਹਿੰਦੀ, ਗੁਜਰਾਤੀ ਤੇ ਪੰਜਾਬੀ। ਇਸੇ ਕਰਕੇ ਦੇਸ਼ ਵਿਦੇਸ਼ ਵਿੱਚ ਵਸਦੇ ਹੋਏ ਸਿੱਖਾਂ ਨੂੰ ਇਸ ਅਪੀਲ ਦਾ ਪਹਿਲਾਂ ਹੀ ਪਤਾ ਲੱਗ ਗਿਆ ਸੀ ਤੇ ਉੱਥੇ ਬਹੁਤ ਵੱਡਾ ਇਕੱਠ ਹੋਇਆ ਤੇ ਬਹੁਤ ਸਾਰੇ ਭਾਰਤੀਆਂ ਨੇ ਆਪਣੇ ਨਾਮ ਇਸ ਅੰਦੋਲਨ ਵਿੱਚ ਲਿਖਵਾਏ ਤੇ ਉੱਥੋਂ ਇੱਕ ਬਹੁਤ ਵੱਡਾ ਜਥਾ ਭਾਰਤ ਆਉਣ ਲਈ ਤਿਆਰ ਹੋ ਗਿਆ। ਉਸੇ ਜਥੇ ਵਿੱਚ ਬੀਬੀ ਗੁਲਾਬ ਕੌਰ ਤੇ ਉਸ ਦਾ ਪਤੀ ਮਾਨ ਸਿੰਘ ਸੀ। ਜਦੋਂ ਸਵੇਰੇ ਜਥਾ ਚੱਲਣ ਦੀ ਵਾਰੀ ਆਈ ਤੇ ਮਾਨ ਸਿੰਘ ਦਿਲ ਹਾਰ ਗਿਆ ਤੇ ਉਸਨੇ ਬੀਬੀ ਗੁਲਾਬ ਕੌਰ ਨੂੰ ਕਿਹਾ ਕਿ ਮੈਂ ਤੇ ਭਾਰਤ ਵਾਪਸ ਨਹੀਂ ਜਾਵਾਂਗਾ। ਬੀਬੀ ਗੁਲਾਬ ਕੌਰ ਨੂੰ ਬੜਾ ਗੁੱਸਾ ਆਇਆ। ਉਸਨੇ ਬੜਾ ਸਮਝਾਇਆ, ਉਹਨੂੰ ਕਾਇਰ ਤੇ ਡਰਪੋਕ ਹੋਣ ਦੇ ਮਿਹਣੇ ਮਾਰੇ ਪਰ ਉਹ ਨਾ ਮੰਨਿਆ। ਹਾਰ ਕੇ ਬੀਬੀ ਗੁਲਾਬ ਕੌਰ ਨੂੰ ਗੁੱਸਾ ਚੜਿਆ ਤੇ ਉਹਨੇ ਮਿਹਣਿਆਂ ਦੀ ਝੜੀ ਲਾਤੀ। ਕਹਿਣ ਲੱਗੀ, ਐ ਨੀਚ ਮਨੁੱਖ, ਤੂੰ ਗਦਾਰ ਹੈ, ਤੂੰ ਅਧਰਮੀ ਹੈ, ਤੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਧੱਬਾ ਹੈ। ਅੱਛਾ ਜੇ ਤੂੰ ਹੁਣ ਨਹੀਂ ਜਾਣਾ ਮੇਰੇ ਨਾਲ ਤਾਂ ਫਿਰ ਮੈਂ ਹੁਣੇ ਤੈਨੂੰ ਤਿਆਗਦੀ ਹਾਂ। ਹੁਣ ਮੈਂ ਤੇਰੀ ਪਤਨੀ ਬਣ ਕੇ ਨਹੀਂ ਰਹਿ ਸਕਦੀ ਕਿਉਂਕਿ ਤੂੰ ਧਰਮ ਨੂੰ ਤੇ ਆਪਣੇ ਪਰਿਵਾਰ ਨੂੰ ਕਲੰਕਿਤ ਕੀਤਾ ਹੈ ਪਰ ਮੈਂ ਸਿੱਖ ਧਰਮ ਨੂੰ ਕਲੰਕਿਤ ਨਹੀਂ ਹੋਣ ਦਿਆਂਗੀ, ਮੈਂ ਸਿੱਖ ਧਰਮ ਨੂੰ ਬਦਨਾਮ ਨਹੀਂ ਹੋਣ ਦਿਆਂਗੀ ਤੇ ਮੈਂ ਹੁਣ ਤੇਰੀ ਥਾਂ ਤੇ ਭਾਰਤ ਜਾਂਦੀ ਹਾਂ। ਇੰਨਾ ਕਹਿ ਕੇ ਬੀਬੀ ਗੁਲਾਬ ਕੌਰ ਆਪਣੇ ਪਤੀ ਨੂੰ ਆਪਣੇ ਸਾਰੇ ਸੁੱਖ ਤਿਆਗ ਕੇ ਗਦਰੀ ਵੀਰਾਂ ਨਾਲ ਭਾਰਤ ਆ ਗਈ। ਭਾਰਤ ਆ ਕੇ ਪਹਿਲਾਂ ਉਹ ਹਾਂਗਕਾਂਗ ਰੁਕੇ ਤੇ ਹਾਂਗਕਾਂਗ ਉਹਨਾਂ ਨੇ ਫਿਰ ਬੜਾ ਇਕੱਠ ਕੀਤਾ ਤੇ ਉੱਥੇ ਤਕਰੀਰਾਂ ਕੀਤੀਆਂ ਗਈਆਂ ਤੇ ਹੋਰ ਬਹੁਤ ਸਾਰੀਆਂ ਕਵਿਤਾਵਾਂ ਜਸੀਲੀਆਂ ਉੱਥੇ ਜਿਹੜੀਆਂ ਉਹ ਬੀਬੀ ਵੱਲੋਂ ਵੀ ਪੜ੍ਹੀਆਂ ਗਈਆਂ। ਜਿਸ ਜਹਾਜ਼ ਰਾਹੀਂ ਉਹ ਆ ਰਹੇ ਸਨ ਹਾਂਗਕਾਂਗ ਤੋਂ ਕਲਕੱਤੇ ਵਾਸਤੇ, ਉਸ ਰਸਤੇ ਵਿੱਚ 3 ਬੰਦਰਗਾਹਾਂ ਪੈਂਦੀਆਂ ਸਨ, ਪਿਨਾਂਗ, ਰੰਗੂਨ ਤੇ ਸਿੰਗਾਪੁਰ। ਉਸ ਬੀਬੀ ਨੇ ਉਹਨਾਂ ਬੰਦਰਗਾਹਾਂ ਤੇ ਰੁਕ ਕੇ ਲੋਕਾਂ ਨੂੰ ਇਸ ਪਾਰਟੀ ਦਾ ਸਹਿਯੋਗ ਦੇਣ ਦੀ ਜਿੱਥੇ ਅਪੀਲਾਂ ਵੀ ਕਰਦੀ ਰਹੀ, ਉੱਥੇ ਜਹਾਜ਼ ਵਿੱਚ ਜੋ ਸਫ਼ਰ ਕਰ ਰਹੇ ਸਨ ਸਾਥੀ ਉਹਨਾਂ ਨੂੰ ਵੀ ਵਾਰ-ਵਾਰ ਚੜ੍ਹਦੀ ਕਲਾ ਵਿੱਚ ਰਹਿਣ ਲਈ ਪ੍ਰੇਰਨਾ ਦਿੰਦੀ ਰਹੀ। ਇਸ ਤਰ੍ਹਾਂ ਬੀਬੀ ਗੁਲਾਬ ਕੌਰ ਇੱਕ ਬਹੁਤ ਵਧੀਆ ਪ੍ਰਵਕਤਾ ਸਿੱਧ ਹੋਈ।
इस महान शेरनी का जन्म संगरूर के पिंड बख्शीवाल विखे होया ते उत्थे ही जमींदार परिवार के घर ये पली बड़ी। जदों वड्डी हुई ते नाल दे पिंड जखेपाल विखे मान सिंह नाल इन्हां दी शादी हो गई ते उत्थों ही ये फिर अमेरिका जाने वास्ते मनीला पहुंचे। उस वेले हालात ये सी कि बरतानवी सरकार के हेठ दबाव हेठ आन के कनेडा ते अमेरिका दी सरकारां ने भारतीय प्रवेश उत्ते रोक लगाई हुई सी। भारतीय अमेरिका ते कनेडा विच सीधे नहीं सन जा सकते ते लोकां ने इसका भी तोड़ लभ लिया सी। लोकां ने पैसिफिक कोस्ट के एशियन हिस्से तो जाना शुरू कर दिता सी क्योंकि उत्थे फिलीपीन लागे पैंदा सी। फिलीपीन भावें अमेरिका की बस्ती सी पर उस उत्ते ये पाबंदियां लागू नहीं सन ते लोग भारी गिनती में भारतीय जिहड़े फिलीपीन में रह रहे सन ताकि अमेरिका की जिहड़ी नागरिकता हासिल कर सके। बहुत सारे भारतीय उत्थे रह रहे सन ताकि फिलीपीन की नागरिकता हासिल करके अमेरिका की नागरिकता भी हासिल की जा सके। जदों बीबी गुलाब कौर मनीला तो आई तो इन्हां दे नाल एक उन्हां दे नाल दे पिंड दोले सिंह वाला का एक जीवन सिंह भी सी। ये जीवन सिंह जदों बीबी गुलाब कौर मनीला अमेरिका वास्ते गई ते उदों भी इन्हां दे नाल ही गए थे। इन्हां तिन्हां दे पिंड जखेपाल बख्शीवाल ते दोले सिंह वाला नाल ही हन संगरूर दे जिले पिंड हन तिन्ने ते ओ जदों वापस आए ते उस तो बाद जदों उन्होंने कलकत्ते की बंदरगाह ते रोकया गया ते पुलिस अधिकारियों वालों पुछगिछ की गई ते बीबी जी ने यह सोच के कि पुलिस जी मापियां के सहुरियां नूं तंग करेगी ते उन्होंने अपना जीवन सिंह नूं अपना पति दस के उस पुलिस रिहासत विचों निकल गई ते उस वेले एक बीबी वास्ते दूसरे आदमी नूं अपना पति दस देना बड़ा दलेरी भरिया काम हुंदा सी। जेड़े जहाज राही एक कलकत्ता पहुंचे उसका नाम सी तोशा मारू। तोशा मारू जहाज के सारे मुसाफिरां नूं उन्हां कैद कर लिया ते लाहौर के रेलवे जंक्शन ते लिआंदा गया। उत्थों इन्हां सारे मुसाफिरां नूं इकट्ठे कीता ते 100 के करीब नूं मुल्तान दी जेल विच सुੱਟ दिता ते 73 व्यक्तियों नूं लुधियाना के CID दफ्तर विखे भेजा गया ताकि पुछ पड़ताल की जा सके। उस तो बाद बीबी गुलाब कौर ते जीवन सिंह पुलिस नूं ਜਿਹੜੀ गलत इन्फॉर्मेशन दे के उथों निकल आए ते इन्हां दे नाल ही एक अमर सिंह नाम का व्यक्ति सी वो भी उथों निकल आया और कोटला नोद सिंह विखे दा सी। ये तिन्ने आण के कोटला विखे काफी चिर रहे ते उस तो बाद ये गदर पार्टी के लीडर हरनाम सिंह टुंडीलाल नूं मिले। उसने फिर इन्हां तिन्हां दीयां सेवावां गदर पार्टी विच लगा दित्तियां। अमर सिंह ते जीवन सिंह नूं ये जीवन सिंह ਉਹੀ जीवन सिंह है जिस ਨੂੰ ਫਿਰੋਜ਼ ਸ਼ਹਿਰ ਕਤਲ ਕੇਸ ਵਿੱਚ ਬਾਅਦ ਵਿੱਚ ਫਾਂਸੀ ਦੀ ਸਜ਼ਾ ਹੋਈ ਸੀ। ਇਹ ਜੀਵਨ ਸਿੰਘ ਨੂੰ ਇਹਨਾਂ ਨੂੰ ਤਿੰਨਾਂ ਦੀਆਂ ਡਿਊਟੀਆਂ ਵੱਖ-ਵੱਖ ਥਾਵਾਂ ਤੇ ਲਗਾ ਦਿੱਤੀਆਂ। ਇਹਨਾਂ ਨੂੰ ਸਤਵੀਂ ਤੋਂ ਪਾਰ ਗਦਰੀ ਫੌਜ ਵਿੱਚ ਸ਼ਾਮਲ ਕਰ ਲਿਆ ਤੇ ਬੀਬੀ ਗੁਲਾਬ ਕੌਰ ਨੂੰ ਉਹਨਾਂ ਨੇ ਹੁਸ਼ਿਆਰਪੁਰ ਦੇ ਹਰਿਆਣੇ ਦੇ ਇਲਾਕੇ ਵਿੱਚ ਉਹਨਾਂ ਨੂੰ ਬੀਬੀਆਂ ਵਿੱਚ ਪ੍ਰਚਾਰ ਕਰਨ ਲਈ ਭੇਜ ਦਿੱਤਾ ਗਿਆ। ਉਸ ਤੋਂ ਬਾਅਦ ਜਦੋਂ ਗਦਰ ਪਾਰਟੀ ਇੱਕ ਸੰਸਥਾ ਦਾ ਰੂਪ ਧਾਰਨ ਕਰ ਗਈ ਤਾਂ ਫਿਰ ਉਹਨਾਂ ਨੇ बीबी गुलाब कौर नूं अमृतसर बुला लिया। उस तो बाद उन्होंने अपना पार्टी का दफ्तर लाहौर लै गए ते बीबी गुलाब कौर नूं लाहौर विखे बुला लिया गया। बीबी गुलाब कौर पार्टी दफ्तर के रिसैप्शनिस्ट वजों काम करन लगी ते उत्थे उहनूं सारा दिन चरखा कतदे वेखिया जांदा सी। वो दफ्तर के बाहर बैठ के सारा दिन चरखा कतदी सी ते उत्थों दे गुफिया दफ्तर पार्टी दे ते उन्हां दे जिहड़े वर्कर उन्हां दे आगू उन्हां सारियां दे अते पते बीबी गुलाब कौर नूं पता हुंदा सी। जे भी कोई बंदा पार्टी के दफ्तर जाना चाहता ते बीबी गुलाब कौर की इजाजत के बगैर वो अंदर नहीं जा सकता सी। वो पूरी तरह पुछगिछ करदी क्योंकि उन्हें पार्टी दी हदायतां सन जेड़ा पासवर्ड वो दिंदे वो पासवर्ड अगर दस दिंदा तां वो पार्टी के दफ्तर पहुंच जा सकता सी। इस तरह जिहड़ी बीबी गुलाब कौर ही उत्थे एक गाइड पोस्ट वजों भी काम करती सी ते एक स्क्रीन सेंटर वजों भी उत्थे काम करती सी। फिर 1915 का समा आया ते एक खुफिया घुसपैठिए राही इस सारी संस्था को तहस नहस कर दिता गया ते बहुत सारियां गिरफ्तारियां हुईयां। उस विच बीबी गुलाब कौर को भी गिरफ्तार किया गया
ਤੇ ਬਹੁਤ ਸਾਰੇ ਜਿਹੜੇ ਇਹਨਾਂ ਦੇ ਆਗੂ ਸੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਸੁੱਟ ਦਿੱਤਾ ਗਿਆ। ਪਰ ਬੀਬੀ ਉਹਨਾਂ ਉੱਤੇ ਬਹੁਤ ਸਾਰੇ ਵਰਕਰਾਂ ਤੇ ਉਹਨਾਂ ਨੂੰ ਮੁਕੱਦਮੇ ਚਲਾਏ ਗਏ, ਪਰ ਕਿਸੇ ਸਿਆਸੀ ਕਾਰਨ ਬੀਬੀ ਗੁਲਾਬ ਕੌਰ ਉੱਤੇ ਕੋਈ ਪਰਚਾ ਨਾ ਚੱਲਿਆ, ਨਾ ਹੀ ਕੋਈ ਮੁਕੱਦਮਾ ਚੱਲਿਆ। ਪਰ ਉਹਨਾਂ ਨੂੰ ਬੰਗਾਲ ਦੀ ਜਿਹੜੀ ਬਦਨਾਮ ਦੰਡ ਧਾਰਾ 1818 ਸੀ ਉਹਦੇ ਅਧੀਨ ਉਹਨਾਂ ਨੂੰ ਕੈਦ ਦੀ ਸਜ਼ਾ ਹੋਈ ਤੇ ਫਿਰ 1819 ਵਿੱਚ ਉਹਨਾਂ ਦੀ ਰਿਹਾਈ ਵੀ ਹੋ ਗਈ। ਇਸ ਤੋਂ ਬਾਅਦ ਜਿੰਨੇ ਵੀ ਗਦਰੀ ਸਨ ਸਾਰਿਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਤੇ ਫਾਂਸੀ ਦੀ ਸਜ਼ਾ ਦੇਣ ਤੋਂ ਬਾਅਦ ਵੀ ਬੀਬੀ ਆਪਣੇ ਗਦਾਰ ਪਤੀ ਦੇ ਪਾਸ ਵਾਪਸ ਨਹੀਂ ਗਈ, ਸਗੋਂ ਉਹ ਕੋਟਲਾ ਨੌਧ ਸਿੰਘ ਵਿਖੇ ਅਮਰ ਸਿੰਘ ਦੇ ਘਰ ਹੀ ਰਹੀ। ਉਸ ਦੀ ਇਮਜ ਵਜੋਂ ਅਮਰ ਸਿੰਘ ਨੂੰ ਵੀ 2 ਸਾਲ ਦੀ ਕਰੜੀ ਸਜ਼ਾ ਕੱਟਣੀ ਪਈ ਕਿਉਂਕਿ ਉਸਨੇ ਬੀਬੀ ਗੁਲਾਬ ਕੌਰ ਨੂੰ ਆਪਣੇ ਘਰ ਰੱਖਿਆ ਸੀ। ਕਹਿੰਦੇ ਨੇ ਕਿ ਕੋਟਲਾ ਵਿਖੇ ਸਾਰਾ ਦਿਨ ਪੁਲਿਸ ਬੀਬੀ ਤੇ ਨਿਗਰਾਨੀ ਰੱਖਦੀ ਸੀ। ਉਸਦੇ ਮੌਤ ਦੇ ਕਾਰਨਾਂ ਦਾ ਪਤਾ ਤਾਂ ਨਹੀਂ ਚੱਲ ਸਕਿਆ, ਪਰ ਕਹਿੰਦੇ 1931 ਵਿੱਚ ਉਸਦੀ ਮੌਤ ਹੋਈ। ਤਦ ਤੱਕ ਪੁਲਿਸ ਦਾ ਪਹਿਰਾ ਉਹਦੇ ਪਿੰਡ ਤੇ ਚੜਿਆ। ਇਹ ਸੀ ਸ਼ੇਰਨੀ ਬਹਾਦਰ ਬੀਬੀ ਗੁਲਾਬ ਕੌਰ, ਜਿੱਥੇ ਉਹ ਦੇਸ਼ ਸਿੱਖ ਕੌਮ ਦੀ ਮਹਾਨ ਸੁਪੁੱਤਰੀ ਬਣ ਕੇ ਨਿਕਲੀ, ਉੱਥੇ ਦੇਸ਼ ਦੀ ਵੀ ਇੱਕ ਮਹਾਨ ਸੁਪੁੱਤਰੀ ਸਿੱਧ ਹੋਈ। ਅੱਜ ਇਹਨਾਂ ਬੀਬੀਆਂ ਤੋਂ ਸਾਨੂੰ ਸੇਧ ਲੈਣ ਦੀ ਲੋੜ ਹੈ। ਅੱਜ ਆਪਣੇ ਅੰਦਰ ਝਾਤ ਮਾਰੀਏ ਕਿ ਸਾਡੇ ਅੰਦਰ ਦ੍ਰਿੜਤਾ ਤੇ ਦਲੇਰੀ ਵਾਲੇ ਗੁਣ ਕਿੱਧਰ ਗਏ ਨੇ। ਅੱਜ ਅਸੀਂ ਗੁਰਬਾਣੀ ਤੇ ਸਿਧਾਂਤਾਂ ਤੋਂ ਟੁੱਟ ਚੁੱਕੇ ਹਾਂ। ਅੱਜ ਸਿੱਖ ਕੌਮ ਦੇ ਦਰਪੇਸ਼ ਬਹੁਤ ਸਾਰੀਆਂ ਚੁਣੌਤੀਆਂ ਹਨ, ਪਰ ਜੇ ਸਿੱਖ ਕੌਮ ਦੀ ਮਾਂ ਸੁਚੇਤ ਹੋ ਜਾਵੇ ਤਾਂ ਇਹਨਾਂ ਚੁਣੌਤੀਆਂ ਤੋਂ ਕਾਫੀ ਹੱਦ ਤੱਕ ਬਚਾਅ ਹੋ ਸਕਦਾ ਹੈ। ਜੇ ਮਾਂ ਬੱਚੇ ਨੂੰ ਸ਼ੁਰੂ ਤੋਂ ਹੀ ਗੁਰਬਾਣੀ ਤੇ ਇੱਕ ਗੁਰੂ ਤੇ ਇੱਕ ਵਿਚਾਰ ਨਾਲ ਜੋੜਨਾ ਸ਼ੁਰੂ ਕਰ ਦੇਵੇ ਤੇ ਕਮ ਸੇ ਕਮ ਬੱਚਾ ਡੇਰਾਵਾਦਾਂ ਨਾਲ ਨਹੀਂ ਜੁੜੇਗਾ, ਡੇਰੇਦਾਰਾਂ ਨਾਲ ਨਹੀਂ ਜੁੜੇਗਾ। ਅੱਜ ਸਾਡੇ ਤੇ ਬਹੁਤ ਵੱਡੀ ਇੱਕ ਸਾਡੇ ਤੇ ਜ਼ਿੰਮੇਵਾਰੀ ਹੈ। ਅਸੀਂ ਉਸ ਸ਼ਹੀਦਾਂ ਦੀਆਂ ਉਹਨਾਂ ਸ਼ਹੀਦਾਂ ਸਿੰਘਾਂ ਸਿੰਘਣੀਆਂ ਦੇ ਬਹੁਤ ਵੱਡੇ ਕਰਜ਼ਦਾਰ ਹਾਂ। ਸਾਨੂੰ ਅੱਜ ਆਪਣਾ ਫਰਜ਼ ਪਛਾਣਨਾ ਪਵੇਗਾ। ਜੇ ਅੱਜ ਸਿੱਖ ਕੌਮ ਦੀ ਮਾਂ ਸੁਚੇਤ ਨਾ ਹੋਈ ਤਾਂ ਇਹ ਸਿੱਖ ਕੌਮ ਦੀ ਹੋਰ ਵੀ ਦੁਰਦਸ਼ਾ ਹੋਣ ਦੇ ਚਾਂਸ ਹਨ। ਸਿੱਖ ਮਾਂ ਨੂੰ ਚਾਹੀਦਾ ਹੈ ਕਿ ਉਹ ਸ਼ੁਰੂ ਤੋਂ ਆਪਣੇ ਬੱਚਿਆਂ ਨੂੰ ਗੁਰਦੁਆਰੇ ਅੰਦਰ ਲੈ ਕੇ ਜਾਵੇ, ਮਾਤਾ ਭਾਨੀ ਜੀ ਵਾਂਗੂ ਸਦਾ ਭਜੋ ਜਗਦੀਸ਼ ਦੀ ਅਸੀਸ ਦੇਵੇ, ਮਾਤਾ ਗੁਜਰੀ ਵਾਂਗੂ ਧਰਮ 'ਚ ਰਹਿਣ ਦੀ ਦ੍ਰਿੜਤਾ ਦੇਵੇ। ਤੇ ਉਹ ਸਮਾਂ ਦੂਰ ਨਹੀਂ ਜਦੋਂ ਸਿੱਖ ਕੌਮ ਦੇ ਬੱਚਿਆਂ ਦੀਆਂ ਮੁਹਾਰਾਂ ਫਿਰ ਗੁਰੂ ਘਰਾਂ ਵੱਲ ਮੁੜ ਜਾਣਗੀਆਂ। ਅੱਜ ਬੀਬੀਆਂ ਨੂੰ ਆਪਣਾ ਇਹ ਜਿਹੜਾ ਪ੍ਰਣ ਕਰਨ ਦੀ ਲੋੜ ਹੈ ਕਿ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਕਿੰਨਾ ਨਿਭਾ ਰਹੇ ਹਾਂ। ਅੱਜ ਬੀਬੀਆਂ ਨੂੰ ਝੂਠੀ ਫੈਸ਼ਨ ਪ੍ਰਸਤੀ ਤੇ ਝੂਠੇ ਸ਼ਿੰਗਾਰ ਛੱਡ ਕੇ ਸਤਿਗੁਰੂ ਦੀ ਬਾਣੀ ਵਾਲੇ ਸ਼ਿੰਗਾਰ ਕਰਨ ਦੀ ਲੋੜ ਹੈ। ਤਾਂ ਹੀ ਅਸੀਂ ਗੁਰੂ ਦੀਆਂ ਵਰਸੋਈਆਂ ਹੋਈਆਂ ਅੱਤ ਸਿਆਲਿਓ ਸੁੰਦਰੀ ਸ਼ੋਭਾਵੰਤੀ ਨਾਰਾ ਬਣ ਕੇ ਜੀ ਸਕਾਂਗੇ। ਅੱਜ ਵੀ ਸਕੂਲਾਂ ਵਿੱਚੋਂ ਜਿਹੜੇ ਗੁਰੂ ਘਰਾਂ ਦੇ ਗੁਰੂਆਂ ਦੇ ਨਾਂ ਤੇ ਸਕੂਲ ਚੱਲਦੇ ਹਨ, ਸਕੂਲਾਂ ਵਿੱਚ ਵੀ ਬਿਊਟੀ ਕੰਪੀਟੀਸ਼ਨ ਤਾਂ ਹੁੰਦੇ ਹਨ, ਰੰਗੋਲੀ ਕੰਪੀਟੀਸ਼ਨ ਹੁੰਦੇ ਹਨ, ਸਿੰਗਿੰਗ ਕੰਪੀਟੀਸ਼ਨ ਤਾਂ ਹੁੰਦੇ ਹਨ, ਪਰ ਉੱਥੇ ਗੁਰੂਆਂ ਦੇ ਸਿਧਾਂਤਾਂ ਦੇ ਨਾਂ ਤੇ ਇੱਕ ਸਿਰਫ ਪੰਜਾਬੀ ਦੀ ਕਿਤਾਬ ਲਗਾਈ ਹੁੰਦੀ ਹੈ। ਇਹ ਸੱਚਾਈ ਹੈ ਸਾਡੇ ਸਕੂਲਾਂ ਦੀ। ਤੇ ਜੇ ਸਕੂਲਾਂ ਵਿੱਚੋਂ ਵੀ ਨਹੀਂ ਮਿਲਿਆ, ਪ੍ਰਬੰਧਕ ਕਮੇਟੀਆਂ ਵੀ ਇਸ ਪਾਸੇ ਧਿਆਨ ਨਹੀਂ ਦੇਣਗੀਆਂ ਤੇ ਫਿਰ ਮਾਂ ਦੀ ਜ਼ਿੰਮੇਵਾਰੀ ਬਹੁਤ ਵੱਡੀ ਬਣ ਜਾਂਦੀ ਹੈ। ਅਗਰ ਮਾਂ ਛੋਟੇ ਹੁੰਦਿਆਂ ਤੋਂ 5 ਜਾਂ 10 ਸਾਲ ਤੱਕ ਬੱਚੇ ਨੂੰ ਇਸ ਪਾਸੇ ਪ੍ਰੇਰਦੀ ਰਹੀ, ਪਰ ਜ਼ਰੂਰੀ ਹੈ ਕਿ ਉਹ ਆਪ ਵੀ ਇਹਨਾਂ ਗੁਣਾਂ ਦੀ ਧਾਰਨੀ ਹੋਵੇ। ਇਹ ਨਾ ਹੋਵੇ ਕਿ ਆਪ ਬਿਊਟੀ ਪਾਰਲਰ ਗਈ ਹੋਏ ਤੇ ਬੱਚਿਆਂ ਨੂੰ ਕਿਹਾ ਜਾਵੇ ਕਿ ਪਾਠ ਕਰੋ। ਜਦ ਤੱਕ ਬੱਚਾ ਉਹੀ ਸਿੱਖੇਗਾ ਜੋ ਤੁਸੀਂ ਕਰੋਗੇ। ਅਗਰ ਤੁਸੀਂ ਚਾਹੁੰਦੇ ਹੋ ਕਿ ਸਾਡੇ ਬੱਚੇ ਗੁਰਸਿੱਖੀ ਜੀਵਨ ਧਾਰਨ ਕਰਨ ਤਾਂ ਪਹਿਲਾਂ ਸਾਨੂੰ ਆਪ ਗੁਰਸਿੱਖੀ ਜੀਵਨ ਧਾਰਨ ਕਰਨਾ ਪਵੇਗਾ। ਤੇ ਨਿੱਰੀਆਂ ਜੀਵਨੀਆਂ ਸੁਣ ਕੇ ਇਧਰੋਂ ਸੁਣ ਕੇ ਉਧਰ ਕੱਢ ਕੇ ਤੇ ਇਸ ਤਰ੍ਹਾਂ ਕੋਈ ਵੀ ਭਲਾਈ ਨਹੀਂ ਹੋਵੇਗੀ। ਜੇ ਅਸੀਂ ਕਿਸੇ ਸਾਹਿਬਜ਼ਾਦਿਆਂ ਦੀ ਕਿਸੇ ਸਿੰਘਾਂ ਸ਼ਹੀਦੀਆਂ ਦੀ ਕਥਾ ਵਾਰਤਾ ਸੁਣਦੇ ਹਾਂ ਤੇ ਉਸ ਤੋਂ ਸਾਨੂੰ ਸੇਧ ਲੈ ਕੇ ਆਪਣੇ ਜੀਵਨ ਅੰਦਰ ਢਾਲਣਾ ਪਏਗਾ ਕਿ ਸਾਡੀ ਜ਼ਿੰਮੇਵਾਰੀ ਕੀ ਬਣਦੀ ਹੈ। ਅਸੀਂ ਵੀ ਉਹਨਾਂ ਬੀਬੀਆਂ ਵਾਂਗੂ ਆਪਣੇ ਮਾਇਆ ਤੋਂ ਨਿਰਲੇਪ ਹੋ ਕੇ ਘਰ-ਬਾਰ ਦਾ ਬਹੁਤਾ ਮੋਹ ਤਿਆਗ ਕੇ ਥੋੜਾ ਸਮਾਂ ਭਾਵੇਂ 10 ਜਾਂ 15 ਮਿੰਟ ਆਪਣੇ ਬੱਚਿਆਂ ਨੂੰ ਗੁਰਮਤਿ ਦੀ ਗੁਰਤੀ ਜ਼ਰੂਰ ਦਈਏ। ਇੰਨੀਆਂ ਕੁ ਵਿਚਾਰਾਂ ਪ੍ਰਵਾਨ ਕਰਨੀਆਂ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।